ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ। ਬੀਜੇਪੀ ਚੋਣਾਂ ਇਕੱਲੀਆਂ ਲੜ ਸਕਦੀ ਸੀ, ਅਕਾਲੀ ਦਲ ਦੀ ਲੋੜ ਨਹੀਂ ਸੀ। ਇਹ ਕਹਿਣਾ ਨਵਜੋਤ ਕੌਰ ਸਿੱਧੂ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ, ਇਸ ਕਰਕੇ ਬੀਜੇਪੀ ਹਾਰ ਗਈ ਸੀ। ਆਪਣੀ ਕਾਂਗਰਸ ਸਰਕਾਰ ਦੀ ਕਿਉਂ ਨਹੀਂ ਕੀਤੀ ਤਾਰੀਫ? ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਸਿੱਧੂ ਜੋੜੇ ਦੀ ਘਰ ਵਾਪਸੀ ਹੋ ਸਕਦੀ ਹੈ। ਇਹ ਵੀ ਵੱਡਾ ਸਵਾਲ ਖੜਾ ਹੁੰਦਾ ਹੈ, ਭਾਜਪਾ ਨਾਲ ਪਿਆਰ ਜਤਾਉਣ ਦੇ ਕੀ ਮਾਇਨੇ ਹੋ ਸਕਦੇ ਨੇ। ਸੋ ਤਮਾਮ ਕਈ ਸਵਾਲ ਹੁਣ ਖੜੇ ਹੋ ਰਹੇ ਨੇ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ। ਤੁਹਾਨੂੰ ਦੱਸ ਦਈਏ ਕਿ ਸਿੱਧੂ ਜੋੜਾ ਕੈਪਟਨ ਤੋਂ ਵੀ ਨਾਰਾਜ਼ ਚੱਲ ਰਿਹਾ ਹੈ। ਸੋ ਇਸ ਮੌਕੇ ਇਹੋ ਜਿਹੇ ਬਿਆਨ ਦੇਣਾ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰ ਰਿਹਾ। ਸੋ ਤੁਹਾਨੂੰ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਬੀਜੇਪੀ ਇਕੱਲੀ ਚੋਣਾਂ ਲੜ ਸਕਦੀ ਸੀ, ਅਕਾਲੀ ਦਲ ਦੀ ਲੋੜ ਨਹੀਂ ਸੀ। ਸੋ ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ, ਇਸ ਕਰਕੇ ਬੀਜੇਪੀ ਹਾਰੀ। ਸੋ ਆਪਣੀ ਕਾਂਗਰਸ ਸਰਕਾਰ ਦੀ ਆਖਿਰ ਕਿਉਂ ਨਹੀਂ ਕੀਤੀ ਤਾਰੀਫ? ਬੀਜੇਪੀ ਤੇ ਹੀ ਮੁੱਦੇ ਤੇ ਕਿਉਂ ਬੋਲੀ ਨਵਜੋਤ ਕੌਰ ਸਿੱਧੂ? ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਸਿੱਧੂ ਜੋੜੇ ਦੀ ਘਰ ਵਾਪਸੀ ਹੋ ਸਕਦੀ ਹੈ? ਭਾਜਪਾ ਨਾਲ ਪਿਆਰ ਜਤਾਉਣ ਦੇ ਕੀ ਮਾਇਨੇ ਨਿਕਲ ਸਕਦੇ ਨੇ? ਇਹ ਆਉਣ ਵਾਲਾ ਸਮਾਂ ਦੱਸੇਗਾ। ਸਿੱਧੂ ਜੋੜਾ ਕੈਪਟਨ ਤੋਂ ਵੀ ਨਾਰਾਜ਼ ਚੱਲ ਰਿਹਾ। ਸੋ ਤੁਹਾਨੂੰ ਦੱਸ ਦਈਏ ਕਿ ਅਜਿਹੇ ਹਾਲਾਤਾਂ ਦੇ ਵਿੱਚ ਜੋ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਹੈ, ਉਸ ਤੇ ਹਾਲਾਂਕਿ ਸਿਆਸਤ ਵੀ ਹੁਣ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ, ਪਰ ਜ਼ਰੂਰ ਇੱਕ ਗੱਲ ਕਹਿ ਸਕਦੇ ਹਾਂ ਕਿ ਆਪਣੀ ਸਰਕਾਰ ਦੀ ਤਾਰੀਫ ਕਿਉਂ ਨਹੀਂ ਕੀਤੀ ਨਵਜੋਤ ਕੌਰ ਸਿੱਧੂ ਨੇ? ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਸਿੱਧੂ ਜੋੜੇ ਦੀ ਘਰ ਵਾਪਸੀ ਵੀ ਹੋ ਸਕਦੀ ਹੈ? ਇਹ तमाम ਜੋ ਸਵਾਲ ਨੇ ਉਹ ਬਰਕਰਾਰ ਰਹਿਣਗੇ। ਸੋ ਤੁਹਾਨੂੰ ਦੱਸ ਦਈਏ ਕਿ ਕੈਪਟਨ ਨਾਲ ਵੀ ਸਿੱਧੂ ਜੋੜਾ ਜੋ ਨਾਰਾਜ਼ ਚੱਲ ਰਿਹਾ ਹੈ। ਹਾਲਾਂਕਿ ਕਈ ਵੱਖ-ਵੱਖ ਸਿਆਸੀ ਪਾਰਟੀਆਂ ਦੀ ਵੀ ਜੋ ਮੰਗ ਹੈ ਕਿ ਜੇਕਰ ਸਿੱਧੂ ਜੋੜਾ ਉਹਨਾਂ ਦੀ ਪਾਰਟੀ 'ਚ ਆਉਂਦਾ ਤਾਂ ਉਹ ਮੇਨ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਨਵਾਜਣਗੇ ਤੇ ਚੋਣਾਂ ਲੜਨਗੇ। ਪਰ ਹਾਲੇ ਤੱਕ ਜੋ ਸਿੱਧੂ ਜੋੜਾ ਹੈ ਉਸ ਵੱਲੋਂ ਕੋਈ ਵੀ ਕਲੀਅਰ ਨਹੀਂ ਕੀਤੀ ਗਈ ਗੱਲ ਕਿ ਉਹ 2022 ਵਿਧਾਨ ਸਭਾ ਚੋਣਾਂ ਲਈ ਕਿਸ ਪਾਰਟੀ ਦਾ ਮੁੱਖ ਚਿਹਰਾ ਬਣਨਗੇ। ਪਰ ਹਾਲੇ ਤੱਕ ਸਿੱਧੂ ਜੋੜਾ ਕਾਂਗਰਸ ਸਰਕਾਰ ਨਾਲ ਜੁੜਿਆ ਹੋਇਆ। ਪਰ ਅਜਿਹੇ ਹਾਲਾਤਾਂ ਦੇ ਅੰਦਰ ਜਦੋਂ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਨਵਜੋਤ ਸਿੰਘ ਸਿੱਧੂ ਨੇ, ਉਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਦਾ ਹੁਣ ਬਿਆਨ ਆਉਂਦਾ ਹੈ ਕਿ ਬੀਜੇਪੀ ਇਕੱਲਿਆਂ ਚੋਣਾਂ ਲੜ ਸਕਦੀ ਸੀ। ਇੰਨਾ ਕੁ ਦਮ ਸੀ ਬੀਜੇਪੀ 'ਚ ਕਿ ਅਕਾਲੀ ਦਲ ਦੀ ਲੋੜ ਨਹੀਂ ਸੀ ਉਸ ਸਮੇਂ। ਸੋ ਵੱਡਾ ਬਿਆਨ ਹੈ ਨਵਜੋਤ ਕੌਰ ਸਿੱਧੂ ਦਾ। ਆਪਣੀ ਕਾਂਗਰਸ ਪਾਰਟੀ ਦੀ ਕਿਉਂ ਨਹੀਂ ਤਾਰੀਫ ਕੀਤੀ? ਇੱਥੇ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਸਿੱਧੂ ਜੋੜੇ ਦੀ ਘਰੇ ਵਾਪਸੀ ਹੋ ਸਕਦੀ ਹੈ? ਤਮਾਮ ਇਹੋ ਜਿਹੇ ਸਵਾਲ ਹੁਣ ਉੱਠਣੇ ਵੀ ਲਾਜ਼ਮੀ ਨੇ। ਸੋ ਤੁਹਾਨੂੰ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਬੀਜੇਪੀ ਇਕੱਲਿਆਂ ਚੋਣਾਂ ਲੜ ਸਕਦੀ ਸੀ, ਅਕਾਲੀ ਦਲ ਦੀ ਲੋੜ ਨਹੀਂ ਸੀ। ਸੋ ਮੁੜ ਤੋਂ ਇਹੋ ਜਿਹੀਆਂ ਗੱਲਾਂ ਕਰਨੀਆਂ, ਇਹੋ ਜਿਹੇ ਬਿਆਨ ਦੇਣੇ ਆਖਿਰ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰ ਰਹੇ ਨੇ। ਕਿ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਹੈ ਕਿ ਬੀਜੇਪੀ ਇਕੱਲੀ ਹੀ ਚੋਣਾਂ ਲੜ ਸਕਦੀ ਸੀ, ਅਕਾਲੀ ਦਲ ਦੀ ਲੋੜ ਨਹੀਂ ਸੀ। ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ, ਇਸ ਕਰਕੇ ਬੀਜੇਪੀ ਹਾਰੀ। ਸੋ ਤੁਹਾਨੂੰ ਦੱਸ ਦਈਏ ਕਿ ਆਪਣੀ ਸਰਕਾਰ ਦੀ ਕਿਉਂ ਤਾਰੀਫ ਨਹੀਂ ਕੀਤੀ ਨਵਜੋਤ ਕੌਰ ਸਿੱਧੂ ਨੇ? ਇਹ ਵੱਡਾ ਸਵਾਲ ਖੜਾ ਹੁੰਦਾ ਕਿ ਕੀ ਸਿੱਧੂ ਜੋੜੇ ਦੀ ਘਰ ਵਾਪਸੀ ਹੋ ਸਕਦੀ ਹੈ? ਭਾਜਪਾ ਨਾਲ ਪਿਆਰ ਜਤਾਉਣ ਦੇ ਕੀ ਮਾਇਨੇ? ਇਹ ਵੀ ਵੱਡਾ ਸਵਾਲ ਹੈ। ਸੁਨਾਲੀ ਸਭ ਨੂੰ ਪਤਾ ਹੈ ਕਿ ਸਿੱਧੂ ਜੋੜਾ ਕੈਪਟਨ ਤੋਂ ਇੰਨੇ ਦਿਨੀ ਨਾਰਾਜ਼ ਚੱਲ ਰਿਹਾ ਹੈ ਤੇ ਨਾਲ ਹੀ ਜੋ ਪੂਰੇ तमाम ਜੋ ਅਹੁਦੇ ਸੀ ਉਹ ਨਵਜੋਤ ਸਿੰਘ ਸਿੱਧੂ ਦੁਆਰਾ ਤਿਆਗ ਦਿੱਤੇ ਗਏ, ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਗਿਆ। ਤਾਂ ਹੁਣ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਆ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਵਲਟੋਆ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਐਨਬੀ ਨਿਊਜ਼ ਤੇ ਸਵਾਗਤ ਹੈ। ਥੈਂਕ ਯੂ ਜੀ। ਵਲਟੋਆ ਸਾਹਿਬ, ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਕਿ ਬੀਜੇਪੀ ਇਕੱਲੀਆਂ ਚੋਣਾਂ ਲੜ ਸਕਦੀ ਸੀ, ਸ਼੍ਰੋਮਣੀ ਅਕਾਲੀ ਦਲ ਦੀ ਲੋੜ ਨਹੀਂ ਸੀ। ਕੀ ਮਾਇਨੇ ਨਿਕਲ ਸਕਦੇ ਨੇ ਇਸ ਮੁਕਾਮ ਤੇ ਜਦੋਂ ਕਿ ਕੈਪਟਨ ਨਾਲ ਨਾਰਾਜ਼ ਚੱਲ ਰਿਹਾ ਸਿੱਧੂ ਜੋੜਾ? ਤੁਹਾਨੂੰ ਕੀ ਲੱਗਦਾ? ਦੇਖੋ, ਮੇਰਾ ਖਿਆਲ ਹੈ ਕਿ ਨਾ ਤਾਂ ਬੀਬੀ ਨਵਜੋਤ ਕੌਰ ਸਿੱਧੂ ਦੀ ਕਿਸੇ ਨੇ ਸਲਾਹ ਪੁੱਛੀ ਹੈ ਜੀ, ਤੇ ਨਾ ਬੀਬੀ ਨਵਜੋਤ ਕੌਰ ਸਿੱਧੂ ਦੀ ਕਿਸੇ ਨੂੰ ਸਲਾਹ ਦੀ ਲੋੜ ਹੈ ਜੀ। ਕਿਉਂਕਿ ਪਹਿਲਾਂ ਆਪਣੇ ਆਪ ਨੂੰ ਸਲਾਹ ਦੇ ਕੇ ਦੇਖ ਲੈਣ ਕਿ ਉਹ ਖੜੋਤੇ ਕਿੱਥੇ ਨੇ। ਕਦੀ ਤਾਂ ਭਾਰਤੀ ਜਨਤਾ ਪਾਰਟੀ ਦੇ ਜਸ ਗਾਉਂਦੇ ਸੀ, ਕਦੀ ਉਹ ਕਾਂਗਰਸ ਦਾ ਜਸ ਗਾਉਂਦੇ ਨੇ, ਕਦੀ ਕਿਸੇ ਲੀਡਰ ਦਾ ਜਸ ਗਾਉਂਦੇ ਨੇ, ਫਿਰ ਉਸੇ ਨੂੰ ਗਾਲਾਂ ਕੱਢਦੇ ਨੇ। ਹਾਂਜੀ, ਜਿਹਨੂੰ ਗਾਲਾਂ ਕੱਢਦੇ ਨੇ ਫਿਰ ਉਹਦਾ ਜਸ ਗਾਉਣ ਲੱਗ ਪੈਂਦੇ ਨੇ। ਇਹ ਕੋਈ ਸਿਆਸਤ ਦਾ ਕਿਰਦਾਰ ਥੋੜ੍ਹੀ ਹੈ। ਇਸ ਕਰਕੇ ਜਿਹੜਾ ਹੈ ਉਹਨਾਂ ਦੇ ਅਜਿਹਾ ਟਵੀਟ ਕਰਨਾ ਜਾਂ ਅਜਿਹਾ ਕੋਈ ਉਹਨਾਂ ਦਾ ਬਿਆਨ ਸਾਹਮਣੇ ਆਉਣ ਦੇ ਉੱਤੇ ਆਪਾਂ ਕਹੀਏ ਕਿ ਪ੍ਰਤੀਕਿਰਿਆ ਆਪਾਂ ਦਈਏ ਕੋਈ ਐਸੀ ਗੱਲ ਕੋਈ ਮੈਂ ਲੋੜ ਨਹੀਂ ਸਮਝਦਾ। ਬਾਕੀ ਜੇ ਕੋਈ ਦੇਣੀ ਹੈ ਤਾਂ ਕਾਂਗਰਸ ਵਾਲੇ ਦੱਸਣ। ਕਾਂਗਰਸ ਵਾਲੇ ਜਿਹੜੇ ਕਾਂਗਰਸ ਲੀਡਰਸ਼ਿਪ ਆ ਉਹ ਬੀਬੀ ਨਵਜੋਤ ਕੌਰ ਸਿੱਧੂ ਦੇ ਅਜਿਹੇ ਬਿਆਨ ਦੇ ਉੱਤੇ ਆਪਣੇ ਕਮੈਂਟ ਦੇਣ ਕਿ ਕਾਂਗਰਸ ਪਾਰਟੀ ਜਿਹਦੇ ਵਿੱਚ ਨੇ ਜਿਹਦੇ ਉਹ ਆਗੂ ਸਾਹਿਬਾਨ ਨੇ ਉਹ ਇਹਦੇ ਬਾਰੇ ਕੀ ਕਹਿੰਦੇ ਨੇ।
ਵਲਟੋਆ ਸਾਹਿਬ, ਵਿਧਾਨ ਸਭਾ 2022 ਦੀਆਂ ਚੋਣਾਂ ਦੀਆਂ ਤਿਆਰੀਆਂ ਨੇ ਜੋ ਤਮਾਮ ਸਿਆਸੀ ਪਾਰਟੀਆਂ ਸ਼ੁਰੂ ਕਰ ਚੁੱਕੀਆਂ ਨੇ, ਉਸ ਤੋਂ ਬਾਅਦ ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਕੈਪਟਨ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ ਸਿੱਧੂ ਜੋੜੇ ਦੁਆਰਾ, ਪਰ ਹੁਣ ਅਜਿਹੇ ਹੋਏ ਮੌਕੇ ਤੇ ਹਾਲਾਂਕਿ ਕਈ ਜੋ ਸ਼੍ਰੋਮਣੀ ਅਕਾਲੀ ਦਲ ਚੋਂ ਪਾਰਟੀਆਂ ਬਾਹਰ ਨਿਕਲੀਆਂ, ਭਾਵੇਂ ਡੈਮੋਕ੍ਰੈਟਿਕ ਹੋਵੇ ਜਾਂ ਵੱਖ-ਵੱਖ ਹੋਰ ਕਈ ਸਿਆਸੀ ਪਾਰਟੀਆਂ, ਟਕਸਾਲੀ ਹੋਵੇ, ਉਹਨਾਂ ਵੱਲੋਂ ਵੀ ਸਿੱਧੂ ਦਾ ਸਵਾਗਤ ਕਰਨ ਲਈ ਹਾਲਾਂਕਿ ਲਗਾਤਾਰ ਲਾਈਨ 'ਚ ਲੱਗੇ ਹੋਏ ਨੇ, ਪਰ ਸਿੱਧੂ ਜੋੜੇ ਵੱਲੋਂ ਹਾਲੇ ਤੱਕ ਕੋਈ ਗੱਲ ਸਾਫ਼ ਨਹੀਂ ਕੀਤੀ ਗਈ ਕਿ ਉਹ ਕਿੱਧਰ ਜਾਣਗੇ। ਪਰ ਅਜਿਹੇ ਮੌਕੇ ਦੇ ਉੱਪਰ ਨਵਜੋਤ ਕੌਰ ਸਿੱਧੂ ਦਾ ਬੀਜੇਪੀ ਪ੍ਰਤੀ ਹੇਜ ਮਾਰਨਾ, ਹੇਜ ਜਾਗਣਾ, ਇਹ ਕੀ ਮਾਇਨੇ, ਇਸ ਦੇ ਮਾਇਨੇ ਹਾਲਾਂਕਿ ਲੋਕਾਂ ਨੂੰ ਸਪਸ਼ਟ ਨਹੀਂ ਹੋ ਰਹੇ। ਮੈਨੂੰ ਇੱਕ ਗੱਲ ਦੱਸਿਆ ਜੀ, ਤੁਸੀਂ ਕਹਿੰਦੇ ਜੀ ਕਿ ਸਿੱਧੂ ਜੋੜੇ ਦੀ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਹੋ ਸਕਦੀ ਹੈ ਜੀ। ਤੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ ਪਿਓ ਬਣਾਇਆ ਸੀ। ਇਹੀ ਜਿਹੜਾ ਪਿਓ ਅਰੁਣ ਜੇਤਲੀ ਨੇ ਬਣਾਇਆ ਸੀਗਾ, ਇਹੀ ਪਿਓ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਬਣਾਇਆ ਸੀ। ਇਹੀ ਪਿਓ ਜਿਹੜਾ ਆ ਉਹ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਰਹੇ ਸੀ। ਕਿਹਨੂੰ ਉਹ ਪਿਓ ਕਹਿੰਦੇ ਨੇ, ਕਿਹਦੇ ਵਾਲਾਂ ਨੂੰ ਪੈਂਦੇ ਨੇ, ਕੋਈ ਪਤਾ ਲੱਗਦਾ? ਉਹ ਤਾਂ ਜਿੱਥੇ ਜਾਂਦੇ ਨੇ 751 ਹੀ ਹੈ, ਜਿੱਥੇ ਵੀ ਜਾਣਗੇ ਉੱਥੇ ਹੀ ਉਹਨਾਂ ਨੇ ਆਪਦਾ, ਕਿਉਂਕਿ ਉਹਨਾਂ ਦੀ ਸਿਆਸਤ ਜਿਹੜੀ ਹੈ ਅਜੇ ਤੱਕ ਮੈਨੂੰ ਤਾਂ ਸਮਝ ਲੱਗੀ ਨਹੀਂ, ਜੇ ਕਿਸੇ ਹੋਰ ਨੂੰ ਸਮਝ ਲੱਗੀ ਹੈ ਉਹ ਮੈਂ ਕਹਿ ਨਹੀਂ ਸਕਦਾ। ਬਾਕੀ 2004 ਤੋਂ ਲੈ ਕੇ ਹੁਣ ਤੱਕ ਲਗਾਤਾਰ ਸੱਤਾ 'ਚ ਨੇ, ਉਹ 16 ਸਾਲ ਹੋ ਗਏ ਉਹਨਾਂ ਨੂੰ ਜੀ ਪੰਜਾਬ ਦੇ ਲੋਕਾਂ ਵੱਲੋਂ ਸੱਤਾ ਦਿੰਦੇ, ਸ਼ਕਤੀ ਦਿੰਦੇ ਆ। ਕੋਈ ਇੱਕ ਕੰਮ ਤਾਂ ਗਿਣਾ ਦੇਣ, ਆਹ ਅਸੀਂ ਮਾਰ ਕੇ ਮਾਰਿਆ। ਫਿਰ ਕਿਸੇ ਦੇ ਉੱਤੇ ਪਰਿਵਾਰਵਾਦ ਦੇ ਦੋਸ਼ ਲਾਉਂਦੇ ਆ। ਨਵਜੋਤ ਸਿੰਘ ਸਿੱਧੂ ਤੇ ਆ ਗਏ ਸਿਆਸਤ ਦੇ ਵਿੱਚ, ਭਾਰਤੀ ਜਨਤਾ ਪਾਰਟੀ ਨੇ ਲੈ ਜਾਂਦਾ, ਵਾਜਪਾਈ ਸਾਹਿਬ ਨੇ ਲੈ ਜਾਂਦਾ, ਤਾਂ ਨਵਜੋਤ ਕੌਰ ਸਿੱਧੂ ਦੀ ਪੰਜਾਬ ਨੂੰ ਕੀ ਦੇਣ ਸੀ? ਉਹਨੂੰ ਇਹਨਾਂ ਨੇ ਆਪਦੀ ਧਰਮ ਪਤਨੀ ਨੂੰ 2012 ਦੇ ਵਿੱਚ ਟਿਕਟ ਦਵਾਈ, ਐਮਐਲਏ ਬਣਾਇਆ, ਚੀਫ ਪਾਰਲੀਮੈਂਟ ਸੈਕਟਰੀ ਪਹਿਲੀ ਵਾਰ ਐਮਐਲਏ ਬਣਨ ਦੇ ਉੱਤੇ ਬਣਵਾਇਆ ਜੀ। ਤੇ ਅਜਿਹੇ ਲੋਕ ਜਿਹੜੇ ਨੇ ਗੱਲਾਂ ਵੱਡੀਆਂ ਕਰਦੇ ਨੇ, ਬਾਹਾਂ ਮਾਰ ਕੇ ਵੱਡੀਆਂ ਗੱਲਾਂ ਕਰਦੇ ਨੇ। ਕੰਮ ਕਰਨਾ ਸਿਆਸਤ ਦੇ ਵਿੱਚ ਬਹੁਤ ਔਖਾ ਆ। ਸਿਆਸਤ ਦੇ ਨਿਯਮਾਂ ਦਾ, ਕਾਇਦੇ ਕਾਨੂੰਨਾਂ ਦਾ ਸਿਧਾਂਤ ਆ ਜਿਹੜਾ ਸਿਆਸਤ ਦਾ, ਉਹਦੀ ਪਾਲਣਾ ਕਰਨੀ ਬੜੀ ਔਖੀ ਹੈ, ਜਿਹੜੀ ਕਿ ਇਸ ਪਰਿਵਾਰ ਨੇ ਨਾ ਸਿੱਖੀ ਹੈ ਨਾ ਸਿੱਖਣੀ ਹੈ। ਸੋ ਬਿਲਕੁਲ ਵਲਟੋਆ ਸਾਹਿਬ, ਹਾਲਾਂਕਿ ਸਿੱਧੂ ਜੋੜੇ ਵੱਲੋਂ ਹਾਲਾਂਕਿ ਕੀ 2022 ਵਿਧਾਨ ਸਭਾ ਚੋਣਾਂ 'ਚ ਕਿਹੜੀ ਪਾਰਟੀ ਦਾ ਪੱਲਾ ਫੜਾਈ ਜਾਂ ਕਾਂਗਰਸ ਦੇ ਨਾਲ ਹੀ ਜੁੜ ਕੇ ਉਹਨਾਂ ਨੇ ਚੋਣਾਂ ਲੜਨੀਆਂ, ਇਹਦਾ ਹਜੇ ਸਮਾਂ ਹੀ ਦੱਸੇਗਾ। ਸੋ ਵਲਟੋਆ ਸਾਹਿਬ, ਤੁਹਾਡਾ ਵੀ ਧੰਨਵਾਦ ਬਹੁਤ-ਬਹੁਤ ਐਨਬੀ ਨਿਊਜ਼ ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਸਿੱਧੂ ਜੋੜਾ ਜੋ ਲਗਾਤਾਰ ਹੁਣ ਦੁਬਾਰਾ ਤੋਂ ਸੁਰਖੀਆਂ ਵਿੱਚ ਬਣਦਾ ਹੋਇਆ ਨਜ਼ਰ ਆ ਰਿਹਾ, ਤਾਂ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਹੈ ਕਿ ਬੀਜੇਪੀ ਇਕੱਲੀ ਨਹੀਂ ਚੋਣਾਂ ਲੜ ਸਕਦੀ ਸੀ, ਅਕਾਲੀ ਦਲ ਦੀ ਲੋੜ ਨਹੀਂ ਸੀ। ਇਸ ਤੇ ਹੋਰ ਖਬਰ 'ਚ ਵਧੇਰੇ ਸਾਂਝ ਪਾਉਣਗੇ ਸਾਡੇ ਨਾਲ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਵਨੀਤ ਕਪੂਰ ਵੀ ਫੋਨ ਲਾਈਵ ਜੁੜ ਚੁੱਕੇ ਨੇ। ਵਨੀਤ, ਨਵਜੋਤ ਕੌਰ ਸਿੱਧੂ ਦਾ ਬਿਆਨ ਆਉਂਦਾ ਹੈ ਤਾਂ ਉਸ ਤੋਂ ਬਾਅਦ ਸਿਆਸੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਉਣੀਆਂ ਲਾਜ਼ਮੀ ਨੇ। ਉਹਨਾਂ ਨੇ ਗੱਲ ਸਪਸ਼ਟ ਕਰਤੀ ਕਿ ਬੀਜੇਪੀ ਜੇਕਰ ਇਕੱਲੀ ਚੋਣਾਂ ਲੜਦੀ ਤਾਂ ਅਕਾਲੀ ਦਲ ਦੀ ਲੋੜ ਨਹੀਂ ਸੀ, ਉਹ ਜਿੱਤ ਸਕਦੀ ਸੀ। ਦੇਖੋ, ਸਿੱਧੇ ਤੌਰ ਤੇ ਅਗਰ ਬੀਜੇਪੀ ਦੀ ਗੱਲ ਕਰੀਏ ਤੇ ਬੀਜੇਪੀ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਰੁਝਾਨ ਹੈ ਉਹ ਨਵਜੋਤ ਕੌਰ ਸਿੱਧੂ ਦਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਤਲਕ ਤੇਵਰ ਚੱਲ ਰਹੇ ਸੀ ਤੇ ਲੱਗਦਾ ਨਹੀਂ ਕਿ ਆਉਣ ਵਾਲੀ ਰਾਹ ਵੀ ਜਿਹੜੀ ਆਸਾਨ ਹੁੰਦੀ ਹੋਈ ਨਜ਼ਰ ਆਏਗੀ। ਹਾਲਾਂਕਿ ਪਾਰਟੀ ਆਲਾਕਮਾਨ ਨੇ ਬੜੀ ਕੋਸ਼ਿਸ਼ ਕੀਤੀ ਸੀ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕਿ ਪੰਜਾਬ ਕੈਪਟਨ ਕੈਬਨਿਟ ਦਾ ਹਿੱਸਾ ਬਣੇ ਰਹਿਣ ਤੇ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ, ਲੇਕਿਨ ਲੱਗਦਾ ਨਹੀਂ ਕਿ ਹੁਣ ਦੋਨੋਂ ਇੱਕ ਰਾਹ ਤੇ ਚੱਲਦੇ ਹੋਏ ਨਜ਼ਰ ਆਉਣਗੇ। ਇਸੇ ਕਰਕੇ ਇੱਕ ਨਵਾਂ ਵਿਕਲਪ ਤਲਾਸ਼ਣ ਦੀ ਜਿਹੜੀ ਖੋਜ ਹੈ ਉਹ ਸ਼ਾਇਦ ਸ਼ੁਰੂ ਹੋ ਚੁੱਕੀ ਹੈ। ਇਸੇ ਕਰਕੇ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਤਾਰੀਫ ਕਰਦੀ ਨਵਜੋਤ ਕੌਰ ਸਿੱਧੂ ਨਜ਼ਰ ਆਈ ਔਰ ਹੁਣ ਬੀਜੇਪੀ ਦੀ ਤਾਰੀਫ ਵੀ ਕੀਤੀ ਹੈ ਔਰ ਨਾਲੋਂ ਨਾਲ ਕਿਹਾ ਕਿ ਅਗਰ ਅਕਾਲੀ ਦਲ ਤੋਂ ਅੱਡ ਹੋ ਜਾਂਦੀ ਤੇ ਫਿਰ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਹੈ ਚੋਣ ਜਿੱਤ ਸਕਦੀ ਸੀ। ਲੇਕਿਨ ਗਰਾਊਂਡ ਲੈਵਲ ਤੇ ਜੇਕਰ ਆਪਾਂ ਗੱਲ ਕਰੀਏ ਤੇ ਇਸ ਵਕਤ ਇਸ ਬਿਆਨ ਦੇ ਤਾਂ ਵੀ ਮਾਇਨੇ ਨੇ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਨਾਲ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਹੋਈਆਂ ਸੀ ਔਰ ਉਨ ਚੋਣਾਂ ਦੇ ਦੌਰਾਨ ਜਦੋਂ ਕਿਤੇ ਨਾ ਕਿਤੇ ਬੀਜੇਪੀ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਸੀਟਾਂ ਮੰਗੀਆਂ ਸੀ ਲੇਕਿਨ ਉਹ ਸੀਟਾਂ ਉਹਨਾਂ ਨੂੰ ਨਹੀਂ ਮਿਲ ਪਾਈਆਂ, ਤਾਂ ਇੱਕ ਵਿਵਾਦ ਜਿਹੜਾ ਉਹ ਉੱਭਰ ਕੇ ਜ਼ਰੂਰ ਸਾਹਮਣੇ ਆਇਆ ਸੀ। ਇਸ ਕਰਕੇ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਸੀ ਕਿ ਦੋਨਾਂ ਦੇ ਵਿੱਚ ਖਟਾਸ ਜਿਹੜੀ ਹੈ ਪੈਦਾ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਦੇ ਕਈ ਸੀਨੀਅਰ ਲੀਡਰ ਜਿਹੜੇ ਨੇ ਸਾਰਵਜਨਿਕ ਮੰਚਾਂ ਤੇ ਆ ਬਿਆਨ ਦੇ ਚੁੱਕੇ ਨੇ, ਮਦਨ ਮੋਹਨ ਮਿੱਤਲ ਵਰਗੇ ਲੀਡਰ, ਕਿ ਬੀਜੇਪੀ ਹੁਣ ਪੰਜਾਬ ਦੇ ਵਿੱਚ ਵੀ ਅੱਧੋ-ਅੱਧ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਬੰਧਨ ਦੇ ਵਿੱਚ ਚੋਣ ਲੜੇਗੀ। ਯਾਨੀ ਜਦੋਂ ਇਸ ਤਰ੍ਹਾਂ ਮਾਫੀ ਚਾਹੂੰਗਾ, ਤੁਹਾਨੂੰ ਰੋਕਣਾ ਚਾਹੂੰਗਾ, ਸਾਡੇ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਤੋਂ ਫੋਨ ਲਾਈਨ ਤੇ ਮੌਜੂਦ ਨੇ। ਚੀਮਾ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਐਨਬੀ ਨਿਊਜ਼ ਤੇ ਸਵਾਗਤ ਹੈ। ਧੰਨਵਾਦ ਜੀ, ਸ਼ੁਕਰੀਆ। ਚੀਮਾ ਸਾਹਿਬ, ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਹੈ ਕਿ ਬੀਜੇਪੀ ਇਕੱਲੀਆਂ ਚੋਣਾਂ ਲੜ ਸਕਦੀ ਸੀ, ਅਕਾਲੀ ਦਲ ਦੀ ਲੋੜ ਨਹੀਂ ਸੀ, ਇਸ ਗੱਲ ਕਰਕੇ ਉਹ ਹਾਰ ਗਈ। ਇਹੋ ਜਿਹੇ ਸਮੇਂ ਦੇ ਉੱਪਰ ਜਦੋਂ ਕੈਪਟਨ ਨਾਲ ਨਾਰਾਜ਼ਗੀ ਚੱਲ ਰਹੀ ਹੈ ਸਿੱਧੂ ਜੋੜੇ ਦੀ, ਬਿਆਨ ਦੇ ਕੀ ਮਾਇਨੇ ਹੋ ਸਕਦੇ ਨੇ, ਕੀ ਸਮਝਦੇ ਹੋ? ਦੇਖੋ, ਮੈਂ ਸਮਝਦਾ 2017 ਤੋਂ ਪਹਿਲਾਂ ਜਿੰਨੀਆਂ ਵੀ ਪੰਜਾਬ ਦੇ ਲੋਕਾਂ ਤੇ ਐਟਰੋਸਿਟੀ ਹੋਈਆਂ,
ਜਿੰਨੀਆਂ ਵੀ ਪੰਜਾਬ ਦੇ ਲੋਕਾਂ ਤੇ ਜ਼ੁਲਮ ਹੋਏ, ਜੋ ਅਤਿਆਚਾਰ ਪੰਜਾਬ ਦੇ ਲੋਕਾਂ ਤੇ ਹੋਇਆ, ਜੋ ਪੰਜਾਬ ਨੂੰ ਲੁੱਟਿਆ ਗਿਆ, ਜੋ ਮਾਫੀਆ ਰਾਜ ਪੰਜਾਬ 'ਚ ਬੀਜੇਪੀ ਅਕਾਲੀ ਦਲ ਨੇ ਐਸਟੈਬਲਿਸ਼ ਕੀਤਾ, ਉਹਦੇ ਲਈ ਦੋਨੇ ਹੀ ਧਿਰਾਂ ਦੋਸ਼ੀ ਨੇਗੀਆਂ। ਇਹ ਨਹੀਂ ਆਪਾਂ ਇਕੱਲਿਆਂ ਕਰਕੇ ਨਹੀਂ ਦੇਖ ਸਕਦੇ ਵੀ ਇੱਕ ਧਿਰ ਦੋਸ਼ੀ ਆ, ਦੋਨੇ ਧਿਰ ਜਿਹੜੀ ਹੈਗੀ ਉਹ ਦੋਸ਼ੀ ਨੇਗੀਆਂ। ਸੋ ਦੂਜੀ ਗੱਲ ਰਹੀ ਜਿਹੜੀ ਨਵਜੋਤ ਕੌਰ ਸਿੱਧੂ ਜੀ ਦਾ ਤੁਸੀਂ ਦੱਸਿਆ ਵੀ ਟਵੀਟ ਆਇਆਗਾ, ਸੋ ਮੈਂ ਸਮਝਦਾਗਾ ਘੱਟੋ ਘੱਟ ਬੀਜੇਪੀ ਨੂੰ ਔਨ ਕਰਨਾ ਚਾਹੀਦਾ ਕਿ ਬੀਜੇਪੀ ਨੂੰ ਜਿਹੜਾ ਹੈਗਾ ਇਸ ਗੱਲ ਲਈ ਮਾਫੀ ਮੰਗਣੀ। ਚੀਮਾ ਸਾਹਿਬ, ਤੁਹਾਨੂੰ ਇਹ ਲੱਗਦਾ ਹੈ ਕਿ ਹੁਣ ਦੁਬਾਰਾ ਤੋਂ ਜੋ ਆ ਸਿੱਧੂ ਜੋੜਾ ਉਹ ਬੀਜੇਪੀ ਦਾ ਪੱਲਾ ਫੜ ਸਕਦਾ? ਦੇਖੋ, ਇਹ ਤਾਂ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਧਰਮ ਪਤਨੀ ਦੱਸ ਸਕਦੇ ਨੇ ਕਿ ਕੀ ਕਰ ਸਕਦੇ ਨੇ, ਪਰ ਲੇਕਿਨ ਮੈਂ ਸਮਝਦਾ ਬੀਜੇਪੀ ਵੀ ਉਹੀ ਜਮਾਤ ਆ ਜਿਹਨੇ ਪੰਜਾਬ ਨੂੰ ਬਰਬਾਦ ਕੀਤਾ, ਪੰਜਾਬ ਨੂੰ ਲੁੱਟਿਆ। ਅਕਾਲੀ ਦਲ ਦੀ ਜਿਹੜੀ ਆ ਭਾਈਵਾਲ ਸੀ, ਦੋਨਾਂ ਨੇ ਰਲ ਕੇ ਪੰਜਾਬ ਨੂੰ ਬਰਬਾਦ ਕੀਤਾ। ਸੋ ਇਸ ਤਰ੍ਹਾਂ ਦੀਆਂ ਹੁਣ ਸਾਫ਼ ਹੋਈਆਂ ਵੀ ਬੀਜੇਪੀ ਇਕੱਲਿਆਂ ਲੜ ਲੈਂਦੀ ਜਾਂ ਦੋ ਲੜ ਲੈਂਦੀ, ਚਾਹੇ ਬੀਜੇਪੀ ਜਿੰਨਾ ਮਰਜ਼ੀ ਅਕਾਲੀ ਦਲ ਨਾਲ ਰਲ ਲੈ ਨਾ ਰਲ ਲੈ, ਪਰ ਲੇਕਿਨ ਲੋਕ ਜਿਹੜੇ ਹੈਗੇ ਨੇਗੇ ਉਹਨਾਂ ਨੂੰ ਪਤਾ ਹੈਗਾ ਕਿ ਬੀਜੇਪੀ ਵੀ ਉਸੇ ਤਰ੍ਹਾਂ ਦੀ ਪਾਰਟੀ ਜਿਸ ਤਰ੍ਹਾਂ ਬੀਜੇਪੀ ਅਕਾਲੀ ਦਲ ਹੈ। ਸੋ ਬਿਲਕੁਲ ਚੀਮਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਚੀਮਾ ਸਾਹਿਬ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਜਿਹੜੀ ਹੈ, ਆਮ ਆਦਮੀ ਪਾਰਟੀ ਕਿਆ ਸਿੱਧੂ ਦਾ ਸਵਾਗਤ ਕਰਨ ਲਈ ਤਿਆਰ ਹੈ ਜੇ ਸਿੱਧੂ ਤੁਹਾਨੂੰ ਹੱਥ ਪੱਲਾ ਫੜਾਉਂਦੇ ਨੇ? ਵਨੀਤ ਜੀ, ਚੀਮਾ ਸਾਹਿਬ ਦਾ ਸ਼ਾਇਦ ਕਨੈਕਸ਼ਨ ਟੁੱਟ ਗਿਆ ਟੈਕਨੀਕਲੀ ਇਸ਼ੂ ਕਾਰਨ। ਤਾਂ ਜਿਸ ਤਰ੍ਹਾਂ ਵੱਖ-ਵੱਖ ਵਰੀਤ ਆਪਾਂ ਦੇਖ ਰਹੇ ਹਾਂ ਕਿ ਹੁਣ ਸਿਆਸੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਉਣ ਲੱਗੀਆਂ ਨੇ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਭਾਈਵਾਲ ਪਾਰਟੀ ਇਸ ਨੂੰ ਲੈ ਕੇ, ਹਾਲਾਂਕਿ ਜੋ तमाम ਕੁਐਸਚਨ ਨੇ, ਪ੍ਰੈਸ਼ਰ ਨੇ, ਉਹ ਚਿੰਨ੍ਹ ਬਰਕਰਾਰ ਨੇ, ਕਿਉਂਕਿ ਨਵਜੋਤ ਕੌਰ ਸਿੱਧੂ ਦਾ ਅਜਿਹੇ ਮੌਕੇ ਤੇ ਇਹੋ ਜਿਹਾ ਬਿਆਨ ਦੇਣਾ ਜਦੋਂ ਕੈਪਟਨ ਨਾਲ ਨਾਰਾਜ਼ਗੀ ਚੱਲ ਰਹੀ ਹੈ। तमाम ਅਸਤੀਫੇ ਦੇ ਦਿੱਤੇ ਗਏ ਸੀਗੇ, ਨਵਜੋਤ ਸਿੰਘ ਸਿੱਧੂ ਦੁਆਰਾ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਸੀ, ਹੋਰ ਵੀ ਜਿੰਨੇ ਵੀ ਅਹੁਦੇ ਸੀ। ਹਾਲਾਂਕਿ ਇੱਕ ਪੱਤਰ ਵੀ ਲਿਖਿਆ ਗਿਆ ਸੀ ਬੀਤੇ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੁਆਰਾ ਕਿ ਉਹਨਾਂ ਦੇ ਹਲਕੇ 'ਚ ਵਿਕਾਸ ਕਾਰਜ ਦੀ ਨਾਮ ਦੀ ਕੋਈ ਚੀਜ਼ ਨਹੀਂ ਹੈਗੀ, ਸਾਰੇ ਵਿਕਾਸ ਕਾਰਜ ਪੈਂਡਿੰਗ ਪਏ ਨੇ। ਪਰ ਹੁਣ ਤੁਹਾਨੂੰ ਲੱਗਦਾ ਕਿ ਸ਼ਾਇਦ ਸਿੱਧੂ ਜੋੜੇ ਨੂੰ ਇਹ ਗੱਲ ਜਾਪ ਰਹੀ ਹੈ ਕਿ ਹੋਰ ਪਾਰਟੀਆਂ ਦੇ ਵਿੱਚ ਉਹਨਾਂ ਦਾ ਜੋ ਰਸੂਖ ਹੈ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਵਿਚਰ ਰਿਹਾ, ਤਾਂ ਸ਼ਾਇਦ ਦੁਬਾਰਾ ਤੋਂ ਜੇਕਰ ਬੀਜੇਪੀ ਦਾ ਪੱਲਾ ਫੜਿਆ ਜਾ ਸਕੇ ਤਾਂ ਉਹਨਾਂ ਲਈ ਬੈਟਰ ਹੋਏਗਾ? ਦੇਖੋ, ਅਗਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤੇ ਗੁਰਪ੍ਰੀਤ, ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਬੀਜੇਪੀ ਦੇ ਵਿੱਚ ਸੀ ਤੇ ਉਸ ਸਮਾਂ ਬੀਜੇਪੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੂਰਾ ਸਨਮਾਨ ਦਿੱਤਾ ਸੀ। ਨਵਜੋਤ ਕੌਰ ਸਿੱਧੂ ਇੱਕ ਵਾਰ ਵਿਧਾਇਕ ਬਣਦੀਆਂ ਉਹਨਾਂ ਨੂੰ CPS ਤੱਕ ਬਣਾ ਦਿੱਤਾ ਗਿਆ ਸੀ, ਯਾਨੀ ਉਸ ਪਾਰਟੀ ਨੇ ਉਹਨਾਂ ਨੂੰ ਪੂਰਾ ਸਨਮਾਨ ਦਿੱਤਾ। ਲੇਕਿਨ ਹਾਂ, ਹੁਣ ਅਗਰ ਹਾਲਾਤ ਦੀ ਨਜ਼ਾਕਤ ਨੂੰ ਸਮਝੀਏ ਤੇ ਜੇਕਰ ਆ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦੇ ਰਿਸ਼ਤਿਆਂ ਦੇ ਵਿੱਚ ਥੋੜੀ ਬਹੁਤ ਖਟਾਸ ਜਿਹੜੀ ਹੈ ਉਹ ਪੈਦਾ ਹੋ ਚੁੱਕੀ ਹੈ, ਤੇ ਫਿਰ ਅਗਰ ਬੀਜੇਪੀ ਅੱਧੋ-ਅੱਧ ਸੀਟਾਂ ਤੇ ਲੜਨ ਦੀ ਗੱਲ ਵੀ ਕਰਦੇ ਨਜ਼ਰ ਆ ਰਹੇ ਬੀਜੇਪੀ ਦੇ ਲੀਡਰ, ਤੇ ਫਿਰ ਇੱਕ ਸਿੱਖ ਚਿਹਰਾ ਜਿਹੜਾ ਵੱਡਾ ਜਿਸ ਦਾ ਨਾਂ ਹੋਏ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਇਹ ਗਰਾਊਂਡ ਹਕੀਕਤ ਹੈ ਪੰਜਾਬ ਦੀ ਕਿ ਕਿਤੇ ਨਾ ਕਿਤੇ ਸਿੱਖ ਚਿਹਰਾ ਜਿਹੜਾ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੈ, ਕਿਉਂਕਿ ਹਜੇ ਅਗਰ ਆਪਾਂ ਬੀਜੇਪੀ ਦੇ ਲੀਡਰਸ ਦੀ ਗੱਲ ਕਰੀਏ, ਮਦਨ ਮੋਹਨ ਮਿੱਤਲ ਦੀ ਗੱਲ ਕਰ ਲਈਏ, ਮਨੋਰੰਜਨ ਕਾਲੀਆ ਦੀ ਗੱਲ ਕਰੀਏ, ਅਸ਼ਵਨੀ ਸ਼ਰਮਾ ਦੀ ਗੱਲ ਕਰ ਲਈਏ, ਵਿਜੇ ਸਾਂਪਲਾ ਦੀ ਗੱਲ ਕਰ ਲਈਏ, ਹਿੰਦੂ ਚਿਹਰੇ ਨੇ, ਸਿੱਖ ਚਿਹਰਾ ਜਿਹੜਾ ਉਹ ਨਵਜੋਤ ਕੌਰ ਸਿੱਧੂ ਇਹਨਾਂ ਨਾਲ ਬਿਲਕੁਲ ਸੈੱਟ ਬੈਠਦਾ ਹੈ। ਲੇਕਿਨ ਜਿਸ ਤਰ੍ਹਾਂ ਦੇ ਇਸ਼ਾਰੇ ਹੁਣ ਨਵਜੋਤ ਕੌਰ ਸਿੱਧੂ ਲਗਾਤਾਰ ਦਿੰਦੀ ਨਜ਼ਰ ਆ ਰਹੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਆ ਇਸ਼ਾਰੇ ਕੀ ਮਾਇਨੇ ਰੱਖਦੇ ਨੇ, ਕਿਸ ਤਰ੍ਹਾਂ ਦੀ ਸਿਆਸਤ ਦੇ ਵਿੱਚ ਫੇਰਬਦਲ ਹੁੰਦਾ ਹੈ, ਇਹ ਤੇ ਆਉਣ ਵਾਲਾ ਸਮਾਂ ਦੱਸ ਪਾਊਗਾ। ਲੇਕਿਨ ਹਾਂ, 2022 ਦੀ ਸਿਆਸਤ ਜਿਹੜੀ ਆ ਹੁਣੇ ਤੋਂ ਸ਼ੁਰੂ ਹੁੰਦੀ ਜ਼ਰੂਰ ਨਜ਼ਰ ਆ ਰਹੀ ਹੈ। ਜੀ ਵਨੀਤ, ਤੁਸੀਂ ਸਾਡੇ ਨਾਲ ਬਣੇ ਰਹਿਣਾ। ਸਾਡੇ ਨਾਲ ਬੀਜੇਪੀ ਦੇ ਆਗੂ ਰਾਜੀਵ ਕਤਨਾ ਫੋਨ ਲਾਈਨ ਤੇ ਮੌਜੂਦ ਨੇ। ਰਾਜੀਵ ਜੀ, ਸਭ ਤੋਂ ਪਹਿਲਾਂ ਤੁਹਾਡਾ NB ਨਿਊਜ਼ ਤੇ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ ਜੀ। ਰਾਜੀਵ ਜੀ, ਸਿੱਧੂ ਜੋੜਾ ਲਗਾਤਾਰ ਪਹਿਲਾਂ ਬੀਜੇਪੀ ਨਾਲ ਰਿਹਾ ਤੇ ਉਸ ਤੋਂ ਬਾਅਦ ਕਾਂਗਰਸ ਨਾਲ ਗਿਆ, ਤੇ ਹੁਣ ਦੁਬਾਰਾ ਤੋਂ ਨਵਜੋਤ ਕੌਰ ਸਿੱਧੂ ਦੀ ਸਟੇਟਮੈਂਟ, ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਬੀਜੇਪੀ ਇਕੱਲੀ ਚੋਣਾਂ ਲੜ ਸਕਦੀ ਸੀ, ਅਕਾਲੀ ਦਲ ਦੀ ਲੋੜ ਨਹੀਂ ਸੀ। ਤੁਹਾਨੂੰ ਕੀ ਲੱਗਦਾ ਸ਼ਾਇਦ ਦੁਬਾਰਾ ਤੁਹਾਡੇ ਕੰਨੀ ਐਂਟਰੀ ਲੈਣਾ ਚਾਹੁੰਦੇ ਨੇ ਸਿੱਧੂ ਜੋੜਾ? ਨਹੀਂ, ਇਸ ਤਰ੍ਹਾਂ ਜੀ, ਦੇਖੋ ਦੋ ਗੱਲਾਂ ਨੇ। ਜਿਹੜਾ ਇਕੱਲਾ ਲੜਨਾ ਜਾਂ ਸੰਗਠਨ ਦੇ ਨਾਲ ਲੜਨਾ, ਸੰਗਠਨ ਬਣਾ ਕੇ ਲੜਨਾ ਜਾਂ ਕੋਲੀਸ਼ਨ 'ਚ ਲੜਨਾ, ਇਹਦਾ ਪਾਰਟੀ ਹਾਈਕਮਾਨ ਤੈਅ ਕਰਦੀ ਆ ਜੀ। ਯਾਨੀ ਕਿ ਜਿਹੜੀ ਨੈਸ਼ਨਲ ਲੀਡਰਸ਼ਿਪ ਆ ਸਾਡੀ ਉਹ ਤੈਅ ਕਰਦੀ ਹੈ, ਸੰਸਦੀ ਬੋਰਡ ਆ, ਪ੍ਰਧਾਨ ਮੰਤਰੀ ਜੀ ਨੇ, ਰਾਸ਼ਟਰੀ ਅਧਿਕਸ਼ ਨੇ, ਉਹ ਤੈਅ ਕਰਦੇ ਆ। ਯਾਨੀ ਕਿ ਕੋਈ ਤੀਸਰਾ ਆਦਮੀ ਕਹਿ ਦੇਗਾ ਜੀ ਇਕੱਲੇ ਲੜ ਰਹੇ ਆ ਜਾਂ ਇਕੱਠੇ ਲੜ ਰਹੇ ਆ, ਇਹਦਾ ਹਜੇ ਕੋਈ ਪਾਰਟੀ ਨੇ ਫੈਸਲਾ ਨਹੀਂ ਕੀਤਾ। ਪਰ ਤੁਹਾਨੂੰ ਇਹ ਚੀਜ਼ ਲੱਗਦੀ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਮੌਜੂਦਾ ਸਮੇਂ ਦੇ ਵਿੱਚ ਕੈਪਟਨ ਸਰਕਾਰ ਨਾਲ ਜੋ ਨਵਜੋਤ ਸਿੰਘ ਸਿੱਧੂ ਦੇ ਜਾਂ ਨਵਜੋਤ ਕੌਰ ਸਿੱਧੂ ਦੇ, ਉਸ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਬੀਜੇਪੀ 'ਚ ਦੁਬਾਰਾ ਸ਼ਾਮਲ ਹੋ ਸਕਦੇ ਨੇ? ਦੇਖੋ ਜੀ, ਬੀਜੇਪੀ ਨੇ ਤਾਂ, ਮੈਂ ਤੁਹਾਨੂੰ ਪਿਛਲੀ ਵੀ ਇੱਕ ਵਾਰੀ ਕਿਹਾ ਸੀ ਇੰਟਰਵਿਊ ਦੇ ਵਿੱਚ, ਬੀਜੇਪੀ ਦਰਵਾਜ਼ੇ ਖੋਲ੍ਹਦੇ ਜੋ ਮਰਜ਼ੀ ਆ ਸਕਦਾ। ਬੀਜੇਪੀ ਕਿਸੇ ਨੂੰ ਆਉਣ ਨੂੰ ਮਨਾ ਨਹੀਂ ਕਰਦੀ ਜੀ। ਬੀਜੇਪੀ ਨੂੰ ਮਿਸ ਕਾਲ ਮਾਰੋ, ਬੀਜੇਪੀ 'ਚ ਮੈਂਬਰਸ਼ਿਪ ਹੋ ਜਾਂਦੀ ਹੈ।
ਲੇਕਿਨ ਫਿਰ ਵੀ ਮੈਂ ਕਹਿੰਦਾ ਹਜੇ ਮੇਰੇ ਹਿਸਾਬ ਨਾਲ, ਕਿਉਂਕਿ ਕੋਈ ਰਾਸ਼ਟਰੀ ਤੌਰ ਤੇ ਇਹਨਾਂ ਪਰ ਦੀ ਸਿੱਧੂ national level ਤੇ ਗੱਲ ਜੋੜਾ ਰਾਜੀਵ ਜੀ, ਸਿੱਧੂ ਜੋੜਾ ਸਟਾਰ ਕੰਪੇਨਰ ਹੈ, ਬਹੁਤ ਵੱਡਾ ਰਸੂਖ ਰੱਖਦਾ ਪਰਿਵਾਰ ਇਹ ਸਿਆਸਤ ਦੇ ਵਿੱਚ ਵੀ, ਹਾਲਾਂਕਿ ਹੋਰ ਵੀ ਕਈ ਇਹਨਾਂ ਵੱਲੋਂ ਕੀਤੇ ਜਾ ਰਹੇ ਨੇ ਕੰਮਕਾਰ, ਪਰ ਸਿਆਸਤ ਦੇ ਵਿੱਚ ਇਹਨਾਂ ਦਾ ਮੇਨ ਨਾਮ ਹੈ, ਸਟਾਰ ਪ੍ਰਚਾਰਕ ਦੇ ਤੌਰ ਤੇ ਇਹਨਾਂ ਨੂੰ ਉਤਾਰਿਆ ਜਾਂਦਾ ਜਦੋਂ ਵੀ ਚੋਣਾਂ ਆਉਂਦੀਆਂ ਨੇ। ਤਾਂ ਨਵਜੋਤ ਸਿੰਘ ਸਿੱਧੂ ਦੀ ਜੇਕਰ ਦੁਬਾਰਾ ਵਾਪਸੀ ਹੁੰਦੀ ਹੈ, ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਰਾਹ ਖੋਲੇਗੀ ਸਿੱਧੂ ਜੋੜੇ ਲਈ? ਦੇਖੋ ਜੀ, ਇਹ ਮੈਂ ਤੁਹਾਨੂੰ ਹਜੇ ਵੀ ਕਹਿਣਾ ਹੈ, ਜਿਹੜਾ ਸਾਡਾ ਰਾਸ਼ਟਰੀ ਲੀਡਰਸ਼ਿਪ ਹੈ, ਨੈਸ਼ਨਲ ਲੀਡਰਸ਼ਿਪ ਆ, ਉਹਨਾਂ ਨਾਲ ਕੋਈ ਇਹਨਾਂ ਦੀ ਗੱਲਬਾਤ ਚੱਲਦੀ, ਜੇ ਕੋਈ ਗੱਲਬਾਤ ਹੋਵੇ ਇਹਦੇ ਬਾਰੇ ਸਾਨੂੰ ਨਹੀਂ ਕੋਈ ਨੀਚੇ ਲੈਵਲ ਤੇ ਹਜੇ ਕੁਝ ਨਹੀਂ ਪਤਾ, ਕਿਉਂਕਿ ਜਦੋਂ ਜੇ ਤੁਸੀਂ ਕਹਿ ਰਹੇ ਹੋ ਨੈਸ਼ਨਲ ਕੰਪੇਨਰ ਐਡੇ ਵੱਡੇ ਆ, ਫਿਰ ਉਹ ਨੀਚੇ ਲੈਵਲ ਤੇ ਤਾਂ ਗੱਲਬਾਤ ਹੋਏਗੀ ਨਹੀਂ, ਕੋਈ ਉੱਪਰ ਹੀ ਗੱਲਬਾਤ ਹੋਏਗੀ ਨਾ ਜੀ। ਲੇਕਿਨ ਮੈਨੂੰ ਜੋ ਲੱਗਦਾ ਕੋਈ ਮੇਰੇ ਵੀ ਹਜੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ। ਬਾਕੀ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਵੀ ਕਦੀ ਕੋਈ ਮੌਕਾ ਮਿਲੇ ਤੇ ਕੁਝ ਵੀ ਹੋ ਸਕਦਾ ਹੈ, ਲੇਕਿਨ ਕੋਈ ਹਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਲੇਕਿਨ ਜੇ ਕੋਈ ਆਵੇਗਾ ਵੀ ਸਾਨੂੰ ਤਾਂ, ਮੈਂ ਤਾਂ ਕਹਿੰਦਾ ਹਰ ਕਾਰਜਕਰਤਾ ਦਾ ਸਵਾਗਤ ਆ, ਜਿਹੜਾ ਅੱਛਾ ਕਾਰਜਕਰਤਾ ਉਹ ਸਵਾਗਤ ਆ। ਲੇਕਿਨ ਜੇ ਕੋਈ ਸ਼ਰਤ ਰੱਖ ਕੇ ਆਏਗਾ, ਬੀਜੇਪੀ ਦੇ ਵਿੱਚ ਇਸ ਤਰ੍ਹਾਂ ਕੋਈ ਨਹੀਂ ਹੁੰਦਾ। ਬੀਜੇਪੀ ਨੇ ਇੱਕ ਆਪਣਾ ਓਪਨ ਇੱਕ ਨੰਬਰ ਦਿੱਤਾ ਹੋਇਆ, ਉਹ ਨੰਬਰ ਮਿਸ ਕਾਲ ਮਾਰੋ, ਉਹ ਆਟੋਮੈਟਿਕਲੀ ਤੁਸੀਂ ਉਹਦੇ ਮੈਂਬਰ ਬਣ ਸਕਦੇ ਹੋ। ਰਾਜੀਵ ਜੀ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਜੋ ਭਾਈਵਾਲ ਪਾਰਟੀ ਹੈ ਪੰਜਾਬ ਦੇ ਅੰਦਰ, ਉਹ ਤੇ ਵੀ ਗੱਠਜੋੜ ਤੇ ਕਈ ਸਵਾਲ ਚੁੱਕੇ ਨੇ ਕਿ ਜੇ ਬੀਜੇਪੀ ਇਕੱਲੀ ਚੋਣਾਂ ਲੜਦੀ ਤਾਂ ਸਹੀ ਸੀ, ਜਿੱਤ ਸਕਦੀ ਸੀ, ਅਕਾਲੀ ਦਲ ਦੇ ਚੱਲਦੇ ਉਹ ਹਾਰ ਗਈ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਹਜੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਹਜੇ ਸਾਡੀਆਂ ਜੁਆਇੰਟ ਮੀਟਿੰਗਾਂ ਹੋ ਰਹੀਆਂ, ਜੁਆਇੰਟ ਦੇ ਤੌਰ ਤੇ ਅਸੀਂ ਲੜਾਈ ਲੜ ਰਹੇ ਹਾਂ। ਕਾਰਜਕਰਤਾ ਚਾਹੁੰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਤੁਹਾਨੂੰ ਦੱਸਿਆ ਨਾ ਵੀ ਜੋ ਕਾਰਜਕਰਤਾ ਹੈ ਨੀਚੇ ਲੈਵਲ ਤੇ, ਉਹ ਚਾਹੁੰਦੇ ਆ, ਉਹਨਾਂ 'ਚ ਉਤਸ਼ਾਹ ਹੈ, ਕਿਉਂਕਿ ਪਾਰਟੀ ਜਿਹੜੀ ਆ ਵੀ ਬੂਥ ਸਤਰ ਤੇ ਵੀ ਸ਼ੁਰੂ ਹੋ ਚੁੱਕਾ ਯੂਨਿਟ ਬਣਨੀ। ਮੈਂ ਤੁਹਾਨੂੰ ਦੱਸ ਸਕਦਾ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੀ ਪਹਿਲਾਂ ਫਤਿਹਗੜ੍ਹ ਸਾਹਿਬ, ਉਹਦਾ ਮੈਂ ਇੰਚਾਰਜ ਵੀ ਹਾਂ, ਫਤਿਹਗੜ੍ਹ ਸਾਹਿਬ ਦਾ ਪਰਿਵਾਰ ਵੀ ਹੈ। ਸਾਡੀਆਂ ਤਕਰੀਬਨ ਹਰ ਯੂਨਿਟ ਬੂਥ ਲੈਵਲ ਤੇ, ਪਿੰਡ ਲੈਵਲ ਤੇ, ਸ਼ਹਿਰ ਲੈਵਲ ਤੇ ਅਸੀਂ ਬਣਾਉਣਾ ਆਪਦਾ ਸ਼ੁਰੂ ਕਰਤਾ। ਪਾਰਟੀ ਨੇ ਆਪਦੀ ਤਿਆਰੀ ਕਰਤੀ ਹੈ, ਇਕੱਠੇ ਲੜੀਏ ਜਾਂ ਕੁਛ ਲੜੀਏ, ਇਲੈਕਸ਼ਨ ਜ਼ਰੂਰ ਲੜਨਾ। ਜੀ ਰਾਜੀਵ, ਤੁਹਾਡਾ ਬਹੁਤ ਬਹੁਤ ਧੰਨਵਾਦ ਐਨਬੀ ਨਿਊਜ਼ ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਤਮਾਮ ਸਿਆਸੀ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਉਣ ਲੱਗੀਆਂ ਨੇ। ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਬੀਜੇਪੀ ਇਕੱਲਿਆਂ ਚੋਣਾਂ ਲੜ ਸਕਦੀ ਸੀ, ਅਕਾਲੀ ਦਲ ਦੀ ਲੋੜ ਨਹੀਂ ਸੀ, ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ, ਇਸ ਕਰਕੇ ਬੀਜੇਪੀ ਵੀ ਹਾਰੀ। ਸੋ ਆਪਣੀ ਸਰਕਾਰ ਦੀ, ਆਪਣੀ ਕਾਂਗਰਸ ਸਰਕਾਰ ਦੀ ਤਾਰੀਫ ਕਿਉਂ ਨਹੀਂ ਕੀਤੀ, ਇੱਕ ਵੱਡਾ ਸਵਾਲ ਖੜਾ ਹੁੰਦਾ। ਸੋ ਇਸ ਦੇ ਨਾਲ ਹੀ ਵਨੀਤ ਸਾਡੇ ਸਹਿਯੋਗੀ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਵਨੀਤ, ਭਾਜਪਾ ਦਾ ਵੀ ਹਜੇ ਇਹੀ ਗੱਲ ਕਹਿਣਾ ਹੈ ਕਿ ਹਲੇ ਕੋਈ ਕਲੀਅਰ ਨਹੀਂ, ਉਹਨਾਂ ਦੇ ਦਰਵਾਜ਼ੇ ਖੁੱਲ੍ਹੇ ਨੇ ਭਾਜਪਾ ਦੇ, ਜੇਕਰ ਕੋਈ ਆਉਣਾ ਚਾਹੁੰਦਾ ਤਾਂ ਆ ਸਕਦਾ। ਪਰ ਸਿੱਧੂ ਜੋੜਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਪਰਿਵਾਰ ਹੈ, ਸਟਾਰ ਪ੍ਰਚਾਰਕ ਨੇ ਨਵਜੋਤ ਸਿੰਘ ਸਿੱਧੂ, ਭਾਵੇਂ ਮਿਸਿਸ ਸਿੱਧੂ ਹੋਣ। ਪਰ ਉਸ ਤੋਂ ਬਾਅਦ ਇਹੋ ਜਿਹੇ ਸਿਆਸੀ ਮਾਇਨੇ ਕੀ ਦੇਖ ਸਕਦੇ ਨੇ, ਕਿਆ ਸਰਾਈਆਂ ਲਗਾਈਆਂ ਜਾ ਸਕਦੀਆਂ ਨੇ ਕਿ ਬੀਜੇਪੀ 'ਚ ਦੁਬਾਰਾ 30 ਐਂਟਰੀ ਹੋ ਸਕਦੀ ਹੈ ਸਿੱਧੂ ਦੀ? ਦੇਖੋ, ਸਿੱਧੂ ਜੋੜੇ ਦੀ ਗੱਲ ਕਰੀਏ ਤੇ ਸਿੱਧੂ ਜੋੜੇ ਨੂੰ ਬੀਜੇਪੀ ਦੇ ਵਿੱਚ ਐਂਟਰੀ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪੈਣੀ ਹੈ, ਕਿਉਂਕਿ ਸਿੱਧੇ ਤੌਰ ਤੇ ਇਹ ਫੈਸਲਾ ਜਿਹੜਾ ਪਾਰਟੀ ਆਲਾ ਕਮਾਨ ਲੈਵਲ ਤੇ ਹੋਏਗਾ, ਕਿਉਂਕਿ ਜਿਹੜੀ ਸ਼ਰਤ ਸਿੱਧੂ ਜੋੜਾ ਰੱਖਦਾ ਨਜ਼ਰ ਆ ਰਿਹਾ ਕਿ ਇਕੱਲੇ ਚੋਣ ਲੜੋ, ਤੇ ਉਸ ਲਈ ਬੀਜੇਪੀ ਨੂੰ ਗਰਾਊਂਡ ਵੀ ਤਿਆਰ ਕਰਨ ਦੀ ਲੋੜ ਹੈ। ਔਰ ਇਸ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਤੇ ਜ਼ਰੂਰ ਸ਼ੁਰੂ ਹੋਇਆ ਸੀ, ਲੇਕਿਨ ਹਜੇ ਵੀ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਤੋਂ ਲੈ ਕੇ ਜਿਹੜੇ ਜੂਨੀਅਰ ਲੀਡਰ ਹੈ, ਇਹੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ 9 ਮਾਸ ਦਾ ਰਿਸ਼ਤਾ ਹੈ, ਆਹ ਗੱਠਜੋੜ ਜਿਹੜਾ ਟੁੱਟਦਾ ਹੋਇਆ ਨਜ਼ਰ ਨਹੀਂ ਆਏਗਾ। ਤਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਸਿੱਧੂ ਨੂੰ ਹਜੇ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਲਈ ਕਿਤੇ ਨਾ ਕਿਤੇ ਮੁਸ਼ੱਕਤ ਕਰਨ ਦੀ ਲੋੜ ਪਏਗੀ। ਲੇਕਿਨ ਹਾਂ, ਵੱਡਾ ਸਵਾਲ ਹੈ ਕਿ ਜਿਸ ਤਰ੍ਹਾਂ ਨਾਲ ਆਪਣੀ ਸਰਕਾਰ ਦੀ ਨੀਤੀਆਂ ਤੇ ਸਵਾਲ ਜ਼ਰੂਰ ਨਵਜੋਤ ਕੌਰ ਸਿੱਧੂ ਚੱਕ ਰਹੀ ਹੈ, ਲੇਕਿਨ ਦੂਜੀ ਪਾਰਟੀਆਂ ਦੀ ਨੀਤੀਆਂ ਦੀ ਤਾਰੀਫ ਕਰ ਰਹੀ ਹੈ। ਇਹ ਇੱਕ ਵੱਡਾ ਮਸਲਾ ਬਣਦਾ ਹੋਇਆ ਨਜ਼ਰ ਆ ਰਿਹਾ, ਔਰ ਇਸ ਨੂੰ ਕਾਂਗਰਸ ਆਲਾ ਕਮਾਨ ਕਿਸ ਲਹਿਜ਼ੇ ਨਾਲ ਲੈਂਦਾ ਹੈ, ਇਹ ਹੁਣ ਇੱਕ ਵੱਡਾ ਸਵਾਲ ਰਹੇਗਾ। ਜੀ ਵਨੀਤ, ਮੰਨ ਲੈਂਦੇ ਹਾਂ ਕਿ ਹੁਣ ਅਜਿਹੇ ਮੌਕੇ ਤੇ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ, ਹਾਲਾਂਕਿ ਚਲੋ ਮੰਨ ਲੈਂਦੇ ਹਾਂ, ਇਹ ਵੀ ਮੰਨ ਲੈਂਦੇ ਹਾਂ ਕਿ ਸ਼ਾਇਦ ਉਹਨਾਂ ਦੀ ਬੀਜੇਪੀ 'ਚ ਐਂਟਰੀ ਹੋਏਗੀ ਜਾਂ ਨਹੀਂ ਹੋਏਗੀ, ਪਰ ਕੈਪਟਨ ਸਰਕਾਰ ਨਾਲ ਉਹਨਾਂ ਦੇ ਮੌਜੂਦਾ ਕੀ ਹਾਲਾਤ ਨੇ, ਸਿੱਧੂ ਜੋੜੇ ਨੂੰ ਲੈ ਕੇ ਪੱਤਰ ਵੀ ਲਿਖਿਆ ਗਿਆ। ਤਾਂ ਉਸ ਤੋਂ ਬਾਅਦ ਜਿਹੜੇ ਹੋਰ ਜੋ ਵੱਖ-ਵੱਖ ਸਿਆਸੀ ਪਾਰਟੀਆਂ ਨੇ, ਭਾਵੇਂ ਡੈਮੋਕ੍ਰੈਟਿਕ ਜਾਂ ਟਕਸਾਲੀ ਜਾਂ ਹੋਰ ਵੀ ਕਈ ਪਾਰਟੀਆਂ ਨੇ, ਆਪਣਾ ਬੈਂਸ ਸਾਹਿਬ ਦੀ ਪਾਰਟੀ ਹੋਏ, ਹੋਰ ਵੀ ਕਈ ਪਾਰਟੀਆਂ ਜਿਹੜੇ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਉਤਾਰਨਾ ਚਾਹੁੰਦੇ ਨੇ, ਲਾਈਨ 'ਚ ਲੱਗੀਆਂ ਹੋਈਆਂ ਨੇ ਪਾਰਟੀਆਂ ਕਿ ਸਿੱਧੂ ਜੋੜਾ ਸ਼ਾਇਦ ਸਾਡੇ ਕੰਨੀ ਆਵੇ, ਸਿੱਧੂ ਪਰਿਵਾਰ ਸਾਡੇ ਕੰਨੀ ਆਵੇ, ਵੈਲਕਮ ਕਰਾਂਗੇ। ਪਰ ਮੌਜੂਦਾ ਸਮੇਂ ਦੇ ਵਿੱਚ ਸਵਾਲ ਬਰਕਰਾਰ ਹੈ ਕਿ 2022 ਵਿਧਾਨ ਸਭਾ ਚੋਣਾਂ ਲਈ ਨਵਜੋਤ ਸਿੰਘ ਸਿੱਧੂ ਜਾਂ ਸਿੱਧੂ ਜੋੜਾ ਕਿਸ ਦਾ ਪੱਲਾ ਫੜਦਾ? ਬਿਲਕੁਲ, ਦੇਖੋ ਗੁਰਪ੍ਰੀਤ, ਹਜੇ ਸਮਾਂ ਬਹੁਤ ਪਿਆ ਹੈ, ਕਿਉਂਕਿ ਹਜੇ ਪੂਰਾ 1.5 ਸਾਲ ਤੋਂ ਵੱਧ ਸਮਾਂ ਪਤਾ ਹੈ। ਹਾਲਾਂਕਿ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜ਼ਰੂਰ ਤੀਜੇ ਬਦਲ ਦੀ ਸਿਆਸਤ ਜਿਹੜੀ ਆ ਉਹ ਤੇਜ਼ ਹੋਈ ਸੀ, ਲੇਕਿਨ ਜਿਸ ਢੰਗ ਦੇ ਨਾਲ ਤੀਜੇ ਬਦਲ ਦੀ ਸਿਆਸਤ ਦੇ ਵਿੱਚ ਹੁਣ
ਰਣਜੀਤ ਸਿੰਘ ਬ੍ਰਹਮਪੁਰਾ ਤੋਂ ਅਲੱਗ ਹੋ ਕੇ ਜਿਹੜੇ ਕਹਿ ਸਕਦੇ ਸੁਖਦੇਵ ਸਿੰਘ ਢੀਂਡਸਾ ਆਪਣੀ ਪਾਰਟੀ ਅੱਡ ਤੋਂ ਬਣਾਉਂਦੇ ਹੋਏ ਨਜ਼ਰ ਆਏ ਨੇ। ਸੇਵਾ ਸਿੰਘ ਸੇਖਵਾ ਉਹਨਾਂ ਨਾਲ ਜਾਂਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਬੈਂਸ ਬ੍ਰਦਰ ਜਿਹੜੇ ਨੇ ਹਜੇ ਅਲੱਗ ਨੇ। ਖੈਰਾ ਨੇ ਜਿਹੜੀ ਪਾਰਟੀ ਬਣਾਈ ਸੀ, ਜਿਹੜਾ ਫਰੰਟ ਬਣਾਇਆ ਸੀ, ਉਹ ਅੱਡ ਹੈ। ਯਾਨੀ ਹਜੇ ਸਾਰੇ ਦੇ ਸਾਰੇ ਜਿਹੜੇ ਨੇ ਅੱਡ ਨਜ਼ਰ ਆ ਰਹੇ ਨੇ। ਯਾਨੀ ਤੀਜੇ ਬਦਲ ਦੀ ਸਿਆਸਤ ਜਿਹੜੀ ਹੈ ਉਸ ਨੂੰ ਹਜੇ ਬਹੁਤ ਸਮਾਂ ਲੱਗ ਸਕਦਾ ਹੈ। ਲੇਕਿਨ ਹਾਂ, ਦੂਜੇ ਪਾਸੇ ਜੇਕਰ ਆਪਾਂ ਸਿੱਧੂ ਦੀ ਗੱਲ ਕਰੀਏ ਤੇ ਇਸ ਨੂੰ ਲੈ ਕੇ ਲਗਾਤਾਰ ਹਜੇ ਸਿੱਧੂ ਵੀ ਆਪਣੇ ਪੱਤੇ ਖੋਲਦੇ ਨਜ਼ਰ ਨਹੀਂ ਆ ਰਹੇ ਕਿ ਕਿਆ ਕਾਂਗਰਸ ਦੇ ਵਿੱਚ ਬਣੇ ਰਹਿਣਗੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਪਾਰਟੀ ਆਲਾ ਕਮਾਨ ਦੇ ਨਾਲ ਸਿੱਧੂ ਦੀ ਮੁਲਾਕਾਤ ਹੋਈ ਹੈ। ਇਸ ਤੋਂ ਇਲਾਵਾ ਇੱਕ ਹੋਰ ਅਹੁਦੇਦਾਰਾਂ ਦੀ ਨਵੀਂ ਸੂਚੀ ਜਿਹੜੀ PPCC ਦਾ ਗਠਨ ਹੋ ਰਿਹਾ ਸੀ, ਉਸ ਦੇ ਵਿੱਚ ਵੀ ਕਿਹਾ ਜਾ ਰਿਹਾ ਸੀ ਕਿ ਸਿੱਧੂ ਦਾ ਨਾਂ ਸ਼ਾਮਲ ਕੀਤਾ ਜਾ ਸਕਦਾ ਹੈ। ਹਾਲਾਂਕਿ ਉਹ ਸੂਚੀ ਜਿਹੜੀ ਅੱਜ ਜਾਂ ਕੱਲ ਦੇ ਵਿੱਚ ਜਾਰੀ ਹੁੰਦੀ ਵੀ ਨਜ਼ਰ ਆਏਗੀ। ਲੇਕਿਨ ਓਵਰਆਲ ਅਗਰ ਸਿਚੁਏਸ਼ਨ ਦੀ ਗੱਲ ਕਰੀਏ ਤੇ ਕਾਂਗਰਸ ਵੀ ਹਜੇ ਇਸ ਕਿਤੇ ਨਾ ਕਿਤੇ ਮੂਡ ਦੇ ਵਿੱਚ ਨਹੀਂ ਹੈ ਕਿ ਸਿੱਧੂ ਨੂੰ ਬਿਲਕੁਲ ਅੱਡ ਕਰ ਦਿੱਤਾ ਜਾਏ, ਕਿਉਂਕਿ ਇੱਕ ਅੱਛਾ ਚਿਹਰਾ, ਇੱਕ ਅੱਛਾ ਨਾਂ ਹੈ ਸਿੱਧੂ ਦਾ, ਸਟਾਰ ਪ੍ਰਚਾਰਕ ਰਹੇ ਨੇ। ਬਿਲਕੁਲ ਵਿਨੀਤ, ਤੁਸੀਂ ਸਾਡੇ ਨਾਲ ਬਨੇ ਰਹੋ, ਆ ਹੋਰ ਵੀ ਖਬਰ ਤੇ ਅਪਡੇਟ ਲਵਾਂਗੇ।